ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਬੀਤੇ ਦਿਨ ਤੋਂ ਹੀ ਪੰਜਾਬ ਦੇ ਵਿੱਚ ਕੈਬਨਿਟ ਦੀ ਬੈਠਕ ਨੂੰ ਲੈ ਕੇ ਚਰਚਾਵਾਂ ਸੀ। ਸਭ ਤੋਂ ਪਹਿਲਾਂ ਰੁਖ ਉਸੇ ਕੈਬਨਿਟ ਬੈਠਕ ਦੇ ਵੱਲ ਕਰਾਂਗੇ। ਪੰਜਾਬ ਦੇ ਵਿੱਚ ਲਗਾਤਾਰ ਕਰੋਨਾ ਦੇ ਵੱਧ ਰਹੇ ਅੰਕੜੇ ਅਤੇ ਇਸ ਦੁਨੀਆ ਤੋਂ ਜਾਣ ਵਾਲਿਆਂ ਦੀ ਗਿਣਤੀ ਦੇ ਵਿੱਚ ਬੇਰਿਕਾਰਡ ਵਾਧੇ ਨੂੰ लगातार चिंता का विषय मन्निया जा रहा है। इस विचकार कैबिनेट की बैठक हुई है जिस कोरोना के मद्देनज़र अहम फैसले लए गए हैं। रजिस्टर्ड कामिया भाव के उसारी कामे ने जो उन्होंने हुण 3000 रुपया प्रति महीना पंजाब की सरकार देगी। इस गल का फैसला इस कैबिनेट बैठक के लिया गया है। होर भी कई अहम फैसले इस कैबिनेट की बैठक के हुए हैं। कि कुछ कैबिनेट की बैठक के खास रहा जाणांगे तो सीधा चलांगे सीनियर पत्रकार सुरिंदर डल्ला होना के वाल। डल्ला साहब की कुछ खास कैबिनेट बैठक के रहा है? ਪੰਜਾਬ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਕਈ ਵੱਡੇ ਫੈਸਲੇ ਲਏ ਨੇ। ਪੰਜਾਬ ਦੇ ਵਿੱਚ ਜਿਹੜੇ ਰਜਿਸਟਰਡ ਕਾਮੇ ਨੇ, ਉਸਾਰੀ ਮਹਿਕਮੇ ਦੇ ਨਾਲ ਜੁੜੇ ਨੇ ਜਾਂ ਉਸਾਰੀ ਦੇ ਕੰਮ ਨਾਲ ਜੁੜੇ ਨੇ, ਉਹਨਾਂ ਲਈ 3000 ਰੁਪਏ ਦਾ ਜਿਹੜਾ ਪੱਤਾ ਹੈ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਉਪਲਬਧ ਕਰਾਏਗੀ। ਇਹ ਵੀ ਆਪਣੇ ਆਪ ਦੇ ਵਿੱਚ ਕਾਫੀ ਇੱਕ ਵੱਡਾ ਫੈਸਲਾ ਜਿਹੜਾ ਉਹ ਪੰਜਾਬ ਦੀ ਸਰਕਾਰ ਦਾ ਹੋਣ ਜਾ ਰਿਹਾ ਹੈ ਔਰ ਇਸ ਫੈਸਲੇ ਨੂੰ ਵੀ ਕਾਫੀ ਗੰਭੀਰਤਾ ਦੇ ਨਾਲ ਦੇਖਿਆ ਜਾ ਰਿਹਾ ਹੈ। ਉਧਰ ਜੇ ਅਸੀਂ ਗੱਲ ਕਰੀਏ ਤਾਂ ਮੁਲਕ ਦੇ ਵਿੱਚ ਅੱਜ ਕੋਵਿਡ ਦੇ ਕੇਸਾਂ 'ਚ ਇੱਕ ਵਾਰੀ ਫੇਰ ਉਛਾਲ ਆਇਆ। ਅੱਜ ਕੋਵਿਡ ਦੇ ਕੇਸਾਂ ਦੇ ਵਿੱਚ ਸਾਡੇ ਮੁਲਕ ਦੇ ਵਿੱਚ 4,14,000 ਕੇਸ ਆਏ ਨੇ ਕੁੱਲ, ਜਿਹੜੇ ਕਿ ਅਚਾਨਕ ਪਿਛਲੇ ਕੁਝ ਦਿਨਾਂ 'ਚ ਘਟਣ ਤੋਂ ਬਾਅਦ ਵਧੇ ਨੇ। ਇਹਦੇ ਕਰਕੇ ਕਾਫੀ ਜ਼ਿਆਦਾ ਚੁਣੌਤੀਪੂਰਵਕ ਸਥਿਤੀਆਂ ਨੇ ਜਿਹੜੀਆਂ ਉਹ ਮੁਲਕ 'ਚ ਹਜੇ ਵੀ ਬਣੀਆਂ ਹੋਈਆਂ ਨੇ। ਵੈਂਟੀਲੇਟਰਾਂ ਦੀ ਕਮੀ ਦੇ ਉੱਤੇ ਪੰਜਾਬ ਦੇ ਵਿੱਚ ਖੂਬ ਸਿਆਸਤ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਵੀ ਖੂਬ ਸਿਆਸਤ ਹੋ ਰਹੀ ਹੈ ਔਰ ਲਗਾਤਾਰ 6 ਮੰਤਰੀਆਂ ਦੇ ਬਿਆਨ ਹੁਣ ਤੱਕ ਆ ਚੁੱਕੇ ਨੇ ਕਿ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕੀਤੀ ਜਾਵੇ। ਇਹਨਾਂ ਸਾਰੀਆਂ ਖਬਰਾਂ ਦਾ ਵਿਸਥਾਰ ਅਸੀਂ ਲਵਾਂਗੇ। ਔਰ ਕੁਲਦੀਪ ਸਿੰਘ ਵੈਦ ਨੇ ਇੱਕ MLA ਨੇ ਜਿਹੜੇ ਹਲਕਾ ਗਿੱਲ ਲੁਧਿਆਣਾ ਨਾਲ ਸੰਬੰਧਿਤ ਨੇ, ਉਹਨਾਂ ਦਾ ਵੀ ਬਿਆਨ ਆਇਆ ਹੈ। ਔਰ ਸਾਰੇ ਜਿਹੜੇ ਪੰਜਾਬ ਦੇ ਮੰਤਰੀ ਤੇ ਵਿਧਾਇਕ ਨੇ ਇਸ ਵਕਤ ਬੇਅਦਬੀ ਦੇ ਮਾਮਲੇ ਤੇ ਇਨਸਾਫ ਦੇਣ ਲਈ ਆਪਣੇ ਆਪਣੇ ਪੱਧਰ ਤੇ ਮੰਗ ਵੀ ਕਰ ਰਹੇ ਨੇ। ਔਰ ਕਾਂਗਰਸ ਦੋ ਖੇਮਿਆਂ 'ਚ ਨਜ਼ਰ ਆ ਰਹੀ ਹੈ। ਇੱਕ ਖੇਮਾ ਸਿੱਧੂ ਦੇ ਨਾਲ ਹਮਾਇਤ ਕਰ ਰਿਹਾ, ਇੱਕ ਖੇਮਾ ਕੈਪਟਨ ਅਮਰਿੰਦਰ ਦੇ ਨਾਲ ਹਮਾਇਤ ਕਰ ਰਿਹਾ। ਇਹ ਸਾਰੇ ਪੁਆਇੰਟਸ ਨੇ ਜਿਹੜੇ ਇੱਕ ਇੱਕ ਕਰਕੇ ਅਸੀਂ ਅੱਜ ਵਿਚਾਰਾਂਗੇ। ਜੀ ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਚਰਚਾ ਕਰਨ ਦੇ ਲਈ। ਤੇ ਹੁਣ ਵਧਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਲ। ਨਵਜੋਤ ਸਿੰਘ ਸਿੱਧੂ ਹਰ 24 ਘੰਟਿਆਂ ਬਾਅਦ ਇੱਕ ਟਵਿੱਟਰ ਬੰਬ ਛੱਡਦੇ ਨੇ, ਜਿਸ ਟਵਿੱਟਰ ਬੰਬ ਦੀ ਚਰਚਾ ਫਿਰ ਸਾਰਾ ਦਿਨ ਮੀਡੀਆ ਘਰਾਣਿਆਂ ਦੇ ਵਿੱਚ ਰਹਿੰਦੀ ਹੈ। ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਟਵੀਟ ਕਰਦੇ ਨੇ ਤੇ ਨਿਸ਼ਾਨੇ ਦੇ ਉੱਤੇ ਹਰ ਵਾਰ ਦੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਰਹੀ ਹੈ। ਹਾਲਾਂਕਿ ਨਾਮ ਕਿਸੇ ਦਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਨਹੀਂ ਲਿਆ ਜਾਂਦਾ, ਪਰ ਜੋ ਇਸ਼ਾਰੇ ਨਵਜੋਤ ਸਿੰਘ ਸਿੱਧੂ ਦੇ ਹੁੰਦੇ ਨੇ ਇਹ ਸਾਫ਼ ਹੁੰਦੇ ਨੇ ਕਿ ਇਸ਼ਾਰੇ ਕੀਤੇ ਕਿੱਧਰ ਜਾ ਰਹੇ ਨੇ। ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਟਵੀਟ ਕਰ ਰਹੇ ਨੇ। ਟਵੀਟ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਿਖ ਰਹੇ ਨੇ ਕਿ ਮੁੱਦੇ ਤੇ ਆਓ ਭਟਕਾਉਣਾ ਬੰਦ ਕਰੋ। ਅੱਜ ਤੇ ਕੱਲ ਮੇਰੀ ਆਤਮਾ ਗੁਰੂ ਸਾਹਿਬ ਦੇ ਇਨਸਾਫ ਦੀ ਮੰਗ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੀ ਰਹੇਗੀ। ਗੁਰੂ ਦੀ ਬੇਅਦਬੀ ਅਤੇ ਇਨਸਾਫ ਦੀ ਮੰਗ ਪਾਰਟੀਆਂ ਤੋਂ ਉੱਪਰ ਹੈ। ਪਾਰਟੀ ਮੈਂਬਰਾਂ ਦੇ ਮੋਢੇ ਦੇ ਉੱਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ। ਤੁਸੀਂ ਆਪ ਸਿੱਧੇ ਤੌਰ ਦੇ ਉੱਤੇ ਇਸ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਦੇ ਸਕਦੇ ਹੋ। ਗੁਰੂ ਸਾਹਿਬ ਦੀ ਸੱਚੀ ਕਚਹਿਰੀ ਵਿੱਚ ਤੁਹਾਨੂੰ ਕੌਣ ਬਚਾਏਗਾ? ਇਹ ਨਵਜੋਤ ਸਿੰਘ ਸਿੱਧੂ ਦਾ ਇੱਕ ਵਾਰ ਫਿਰ ਟਵੀਟ ਹੈ। ਗੁਰੂ ਸਾਹਿਬ ਦੇ ਇਨਸਾਫ ਦੀ ਗੱਲ ਫਿਰ ਤੋਂ ਹੁੰਦੀ ਹੈ ਕਿ ਬੇਅਦਬੀਆਂ ਦੇ ਇਨਸਾਫ ਕਦੋਂ ਮਿਲਣਗੇ। ਇਸ ਨੂੰ ਲੈ ਕੇ ਲਗਾਤਾਰ ਨਵਜੋਤ ਸਿੰਘ ਸਿੱਧੂ ਸਵਾਲ ਚੁੱਕ ਰਹੇ ਨੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਵਿੱਚ ਵੀ ਕਈ ਆਗੂ ਨੇ ਤੇ ਕਈ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਦੇ ਵਿੱਚ ਵੀ ਨੇ। ਬੀਤੇ ਦਿਨੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੇ ਵੱਲੋਂ ਵੀ ਇੱਕ ਖਾਸ ਚਰਚਾ ਲੁਧਿਆਣਾ ਦੀ ਗਿੱਲ ਹਲਕੇ ਤੋਂ ਵਿਧਾਇਕ ਅਤੇ ਕਾਂਗਰਸੀ ਆਗੂ ਵੈਦ ਹੋਣਾ ਦੇ ਨਾਲ ਇੰਟਰਵਿਊ ਕੀਤੀ ਗਈ ਹੈ। MLA ਵੈਦ ਨੇ ਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਲਿਆ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਕੀ ਕੁਝ ਕਿਹਾ ਉਹ ਸੁਣਦੇ ਹਾਂ। ਦੇਖੋ, ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈ, ਉਹ ਆਪ ਬੜੇ ਸਿਆਣੇ ਨੇ। ਨਹੀਂ, ਪਰ ਦੇਖੋ ਮੰਗ ਤਾਂ ਉਹ ਵੀ ਇਨਸਾਫ ਦੀ ਹੀ ਕਰ ਰਹੇ ਨੇ ਸਰਕਾਰ ਤੋਂ। ਨਹੀਂ, ਮੈਂ ਤੁਹਾਡੇ ਨਾਲ ਦੇਖੋ, ਸਾਰੇ ਇਨਸਾਫ ਦੀ ਮੰਗ ਕਰਨਾ ਤੇ ਇੱਕ ਆਪਣੇ ਪਾਰਟੀ ਵਿੱਚ ਹੋ ਕੇ ਆਪਣੇ ਚੀਫ ਮਿਨਿਸਟਰ ਤੇ ਕਮੈਂਟ ਕਰਨਾ, ਇਹ ਦੋ ਗੱਲਾਂ ਨਹੀਂ ਠੀਕ। ਦੇਖੋ, ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਿੰਨੇ ਵੀ ਟਵੀਟ ਕੀਤੇ ਨੇ ਉਹ ਆਪਾਂ ਸਾਰਿਆਂ ਨੂੰ ਪਤਾ ਹੈ। ਮੈਂ ਜੇ ਤੁਹਾਨੂੰ ਕਹਾਂ ਕਿ ਘਰ ਦਾ ਜਿਹੜਾ ਇੱਕ ਆਪਣਾ ਪਰਿਵਾਰ ਹੈ, ਜੇ ਇੱਕ ਪਿਓ ਨੂੰ ਮੁੰਡਾ ਇੱਕ ਗਾਲਾਂ ਹੀ ਕੱਢੀ ਜਾਊਗਾ ਤੇ ਇੱਕ ਦਿਨ ਪਿਓ ਦੁਖੀ ਹੋ ਕੇ ਫਿਰ ਉਸ ਮੁੰਡੇ ਨੂੰ ਘਰੋਂ ਕੱਢੂਗਾ ਹੀ। ਇਹੀ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਟਵੀਟ ਕੀਤਾ ਸੀ ਕਿ ਉੱਥੇ ਪਟਿਆਲੇ ਆ ਜਾਓ, ਇਲੈਕਸ਼ਨ ਲੜ ਲਓ, ਪਤਾ ਲੱਗ ਜਾਊਗਾ। ਇਹ ਦਿਸ ਇਜ਼ ਫੈਕਟ।
ਇਹ ਆਪਣੇ ਪਰਿਵਾਰਾਂ ਦੀ ਸਟੋਰੀ ਹੋਈ ਹੈ। ਚਾਹੀਦਾ ਤੇ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਬੜੇ ਸਾਡੇ ਸਿਆਣੇ ਐਮਐਲਏ ਨੇ, ਉਹ ਚੀਫ ਮਿਨਿਸਟਰ ਸਾਹਿਬ ਨਾਲ ਬੈਠਣ, ਉਹਨਾਂ ਨੂੰ ਕਹੋ ਜੀ ਉਹ ਤਾਂ ਕਰ ਹੀ ਰਹੇ ਨੇ। ਉਧਰ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀ ਚੈਲੰਜ ਚੋਣਾਂ ਲੜਨ ਦਾ ਪਟਿਆਲੇ ਸ਼ਹਿਰ ਤੋਂ ਦਿੰਦੇ ਨੇ ਤੇ ਉਸ ਤੋਂ ਬਾਅਦ ਜਨਰਲ ਜੇਜੇ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਰਦੇ ਨੇ ਕਿ ਤੁਸੀਂ ਪਟਿਆਲਾ ਛੱਡ ਕਿਤੇ ਹੋਰ ਚੋਣ ਲੜੋ, ਮੈਂ ਤੁਹਾਡੇ ਬਰਾਬਰ ਚੋਣ ਲੜਾਂਗਾ। ਤੇ ਹੁਣ ਇੱਕ ਨਵਾਂ ਚੈਲੰਜ ਸੁਖਵੀਰ ਸਿੰਘ ਬਾਦਲ ਨੇ ਕਰ ਦਿੱਤਾ ਹੈ। ਸੁਖਵੀਰ ਸਿੰਘ ਬਾਦਲ ਨੇ ਇਹ ਚੈਲੰਜ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੂੰ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਅਬੋਹਰ ਹਲਕੇ ਤੋਂ ਚੋਣਾਂ ਲੜੋ, ਤੁਸੀਂ ਇਸ ਵਾਰ ਚੋਣਾਂ ਲਈ ਲੜੋਗੇ। ਇਸ ਗੱਲ ਦਾ ਚੈਲੰਜ ਸੁਖਵੀਰ ਸਿੰਘ ਬਾਦਲ ਕਰ ਗਏ ਨੇ। ਮੈਨੂੰ ਲੱਗਦਾ ਇੰਨੇ ਬੇਗੁਨਾਹ ਲੋਕਾਂ ਤੇ ਪਰਚੇ ਦਿੱਤੇ ਹੈ, ਪਰਿਵਾਰਾਂ ਨੂੰ ਘਰੋਂ ਕੱਢ ਛੱਡਿਆ ਹੈ, ਉਹ ਸੁਨੀਲ ਜਾਖੜ ਨੇ ਕੱਢ ਛੱਡਿਆ। ਅਬੋਹਰ ਹਲਕੇ ਦੇ ਲੋਕ ਨਾ ਮੈਨੂੰ ਲੱਗਦਾ ਜਿਵੇਂ ਉਹਨਾਂ ਨੇ ਗੁੱਸਾ ਕੱਢ ਰਿਹਾ ਕਿ ਮੈਨੂੰ ਹਰਾਇਆ, ਤਾਂ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਜੇਲ੍ਹਾਂ ਮੈਂ ਤੁਹਾਨੂੰ ਆਹ ਦੇਖੇ ਸਤੀਜਾ ਜੀ ਪ੍ਰਧਾਨ ਹੈ, ਸਰਕਲ 15 ਪਰਚੇ 16 ਪਰਚੇ। ਅੱਛਾ ਆਹ ਇੱਕ ਖਤਮ ਹੁੰਦਾ, ਦੂਜਾ ਹੁੰਦਾ ਜੇਲ੍ਹ, ਤੀਜਾ ਹੁੰਦਾ, ਚੌਥਾ, ਇੱਕ ਬੰਦੇ ਦੇ 10। ਸੋ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ, ਜਿੰਨੀ ਤੁਸੀਂ ਗੁੰਡਾਗਰਦੀ ਕੀਤੀ ਹੈ ਜਾਖੜ ਨੇ, ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ, ਮੈਨੂੰ ਲੱਗਦਾ ਤੁਹਾਡੀ ਸਰਕਾਰ ਤੇ ਸਭ ਤੋਂ ਵੱਡੀ ਐਂਟੀ ਇਨਕੰਬੈਂਸੀ ਹੈ ਸੁਨੀਲ ਜਾਖੜ, ਜਿਹਨੇ ਮੈਨੂੰ ਲੱਗਦਾ ਤਬਾਹੀ ਲਿਆਂਦੀ ਹੈ। ਜੇ ਹਿੰਮਤ ਹੈ ਸੁਨੀਲ ਜਾਖੜ ਐਲਾਨ ਕਰੇ ਕਿ ਉਹ ਪੂਰਨ ਇਲੈਕਸ਼ਨ ਲੜੂਗਾ, ਅਬੋਹਰ ਉਹਨੂੰ ਭੱਜ ਜਾਣਾ। ਮੈਂ ਤੁਹਾਨੂੰ ਅੱਜ ਦੱਸਦਾ, ਮੈਂ ਸਿੱਧੂ ਸਾਹਿਬ ਬਾਰੇ ਮੈਂ ਜ਼ਿਆਦਾ ਕਹਿਣਾ ਨਹੀਂ ਚਾਹੁੰਦਾ ਸੀ, ਪਰ ਮੈਂ ਇੱਕ ਲਫ਼ਜ਼ ਹੀ ਕਹਿਣਾ ਚਾਹੁੰਦਾ। 2 ਮਹੀਨੇ ਪਹਿਲੇ ਤਾਂ ਕੈਪਟਨ ਸਾਹਿਬ ਦੇ ਗੋਡੀ ਹੱਥ ਲਾ ਰਹੇ ਸੀ, ਉਦੋਂ ਕਹਿੰਦੇ ਸੀ ਸਾਰਾ ਕੁਝ ਠੀਕ ਹੈ। 2 ਮਹੀਨੇ ਬਾਅਦ ਹੁਣ ਟਵੀਟਾਂ ਸ਼ੁਰੂ ਹੋ ਗਈਆਂ। ਆਹ ਟਵੀਟਾਂ 2 ਮਹੀਨੇ ਪਹਿਲੇ ਕਿਉਂ ਨਹੀਂ ਕੀਤੀ? ਉਧਰ ਬੀਤੇ ਕਈ ਦਿਨਾਂ ਤੋਂ ਗੰਗਾ ਨਦੀ ਦੇ ਵਿੱਚੋਂ ਲਾਸ਼ਾਂ ਮਿਲ ਰਹੀਆਂ ਨੇ। ਇਹਨਾਂ ਲਾਸ਼ਾਂ ਦੇ ਵਿੱਚੋਂ ਕਈ ਅੱਧ ਸੜੀਆਂ ਲਾਸ਼ਾਂ ਨੇ ਤੇ ਕਈ ਜਿਹੜੇ ਸਰੀਰ ਵੀ ਇਸ ਦੇ ਵਿੱਚੋਂ ਮਿਲ ਰਹੇ ਨੇ। ਇਹਨਾਂ ਸਰੀਰਾਂ ਦੇ ਮਿਲਣ ਤੋਂ ਬਾਅਦ ਸਾਰੇ ਹੀ ਮੁਲਕ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਸਹਿਮ ਦਾ ਮਾਹੌਲ ਜ਼ਰੂਰ ਹੈ ਕਿ ਕਿਹੋ ਜਿਹੇ ਹਾਲਾਤ ਮੁਲਕ ਦੇ ਵਿੱਚ ਬਣਦੇ ਜਾ ਰਹੇ ਨੇ, ਜੋ ਇਨਸਾਨੀ ਸਰੀਰ ਵੀ ਹੁਣ ਨਹਿਰਾਂ ਦੇ ਵਿੱਚੋਂ, ਨਦੀਆਂ ਦੇ ਵਿੱਚੋਂ ਅਤੇ ਦਰਿਆਵਾਂ ਦੇ ਵਿੱਚੋਂ ਮਿਲ ਰਹੇ ਨੇ। ਗੰਗਾ ਨਦੀ ਦੇ ਵਿੱਚੋਂ ਮਿਲੀਆਂ ਇਹਨਾਂ ਲਾਸ਼ਾਂ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਗਰਬ ਹੋਏ ਨੇ। ਸੁਖਪਾਲ ਸਿੰਘ ਖਹਿਰਾ ਨੇ ਆਖਿਆ ਹੈ ਕਿ ਜੇਕਰ ਇਹ ਹਾਲਾਤ ਭਾਰਤ ਨੂੰ ਛੱਡ ਕਿਸੇ ਹੋਰ ਮੁਲਕ ਦੇ ਵਿੱਚ ਹੁੰਦੇ ਤਾਂ ਉੱਥੋਂ ਦੀਆਂ ਕੋਰਟਾਂ ਅਤੇ ਸਰਕਾਰਾਂ ਦੇ ਵੱਲੋਂ ਸੂ ਮੋਟੋ ਲਿਆ ਜਾਣਾ ਸੀ ਤੇ ਹੁਣ ਤੱਕ ਇਸ ਦੇ ਉੱਤੇ ਕਾਰਵਾਈ ਹੋ ਜਾਣੀ ਸੀ। ਪਰ ਹਜੇ ਤੱਕ ਸੂ ਮੋਟੋ ਨਾ ਲਿਆ ਜਾਣਾ ਕਿਤੇ ਨਾ ਕਿਤੇ ਸਵਾਲ ਵੱਡੇ ਖੜੇ ਹੁੰਦੇ ਨੇ। ਕੀ ਕੁਝ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਨੇ, ਉਹ ਸੁਣਦੇ ਹਾਂ। ਪਿਛਲੇ 3 ਦਿਨਾਂ ਤੋਂ ਖਬਰਾਂ ਆ ਰਹੀਆਂ ਕਿ 71 ਪਹਿਲਾਂ ਡੈਡ ਬੋਡੀਜ਼ ਬਕਸਰ ਬਿਹਾਰ ਦੇ ਗੰਗਾ ਦਰਿਆ ਦੇ ਵਿੱਚ ਅਨਕਲੇਮਡ ਬੋਡੀਜ਼ ਪਾਈਆਂ ਗਈਆਂ। ਫਿਰ ਉਸ ਤੋਂ ਅਗਲੇ ਦਿਨ ਖਬਰ ਆਉਂਦੀ ਕਿ ਗਾਜ਼ੀਪੁਰ ਵਿੱਚ ਉੱਤਰ ਪ੍ਰਦੇਸ਼ ਵਿੱਚ ਸ਼ਾਇਦ 31 ਕੇ 32 ਬੋਡੀਜ਼ ਫਿਰ ਇਸੇ ਤਰ੍ਹਾਂ ਹੀ ਦਰਿਆ ਦੇ ਵਿੱਚ ਲਾਸ਼ਾਂ ਜਿਹੜੀਆਂ ਮਿਲੀਆਂ। ਅੱਜ ਦੀ ਟ੍ਰਿਬਿਊਨ ਨੇ ਇਹ ਰਿਪੋਰਟ ਕੀਤਾ ਵਾ ਕਿ 52 ਹੋਰ ਬੋਡੀਜ਼ ਜਿਹੜੀਆਂ ਨੇ ਉਹ ਬਲੀਆ, ਜਿਹੜਾ ਉੱਤਰ ਪ੍ਰਦੇਸ਼ ਦਾ ਬਲੀਆ ਜ਼ਿਲ੍ਹਾ ਹੈ, ਉਸ ਵਿੱਚ ਗੰਗਾ ਦੀ ਨਦੀ ਵਿੱਚ ਬਹਿੰਦੀਆਂ ਫਿਰ ਮਿਲੀਆਂ। ਸਿਰਫ ਇਹ ਮੈਂ ਬਿਆਨ ਦੇਖ ਰਿਹਾ, ਸੁਣ ਰਿਹਾ ਸਰਕਾਰ ਵੱਲੋਂ ਕਿ ਅਸੀਂ ਇਹਨਾਂ ਦਾ ਅੰਤਿਮ ਸੰਸਕਾਰ ਬੜੇ ਜੋ ਰਿਸਪੈਕਟਫੁਲ ਤਰੀਕੇ ਦੇ ਨਾਲ ਅੰਤਿਮ ਸੰਸਕਾਰ ਕਰਤਾ। ਕੀ ਇਹ ਕਾਫੀ ਹੈ? ਇਹ ਲਾਸ਼ਾਂ ਕਿਹਦੀਆਂ ਨੇ? 71, 32 ਤੇ 52, ਇਹ ਲਗਭਗ ਨਹੀਂ ਤਾਂ 150 ਤੋਂ ਉੱਤੇ ਆਦਮੀ ਮਰ ਚੁੱਕਾ ਵਾ ਜਿਹੜਾ ਦਰਿਆ ਵਿੱਚ ਅਨਕਲੇਮਡ ਬੋਡੀਜ਼ ਆ। ਇਹ ਕਿਹਨਾਂ ਦੀਆਂ ਨੇ? ਇਹ ਕੀ ਕੋਵਿਡ ਕਰਕੇ ਮਰੇ ਨੇ? ਕੀ ਹੋਰਨਾਂ ਕਾਰਨਾਂ ਕਰਕੇ ਮਰੇ ਨੇ? ਇਸ ਦੀ ਕੋਈ ਜਾਂਚ ਨਹੀਂ ਆਰਡਰ ਕੀਤੀ ਪ੍ਰਾਈਮ ਮਿਨਿਸਟਰ ਨੇ ਜਾਂ ਹੋਮ ਮਿਨਿਸਟਰ ਆਫ ਇੰਡੀਆ ਨੇ। ਇਹਦੀ ਕੋਈ ਇਨਕੁਆਇਰੀ ਨਹੀਂ ਆਰਡਰ ਕੀਤੀ, ਇਹਦੀ ਕੋਈ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਾਇਦ ਕਿਸੇ ਦੁਨੀਆ ਦੇ ਹੋਰ ਮੁਲਕ ਦੇ ਵਿੱਚ ਇਦਾਂ 150 ਦੇ ਕਰੀਬ ਲਾਸ਼ਾਂ ਮਿਲੀਆਂ ਹੁੰਦੀਆਂ ਦਰਿਆ ਦੇ ਵਿੱਚੋਂ ਤਾਂ ਇੱਕ ਵਾਰ ਧੜਥੱਲੀ ਮੱਚ ਜਾਣੀ ਸੀਗੀ। ਉਧਰ ਦਿੱਲੀ ਪੁਲਿਸ ਦੇ ਵੱਲੋਂ ਦਿੱਲੀ ਦੇ ਵਿੱਚ ਲਾਕਡਾਊਨ ਦੇ ਚੱਲਦਿਆਂ ਖਾਸ ਪ੍ਰਬੰਧ ਕੀਤੇ ਗਏ ਨੇ। ਬੀਤੇ ਦਿਨੀ ਈਦ ਦੇ ਮੌਕੇ ਦੇ ਉੱਤੇ ਵੀ ਖਾਸ ਪ੍ਰਬੰਧ ਜਿਹੜੇ ਦਿੱਲੀ ਪੁਲਿਸ ਦੇ ਵੇਖਣ ਨੂੰ ਮਿਲੇ ਨੇ। ਇਸ ਮੌਕੇ ਦੇ ਉੱਤੇ ਦਿੱਲੀ ਪੁਲਿਸ ਦਾ ਕਹਿਣਾ ਸੀ ਕਿ ਸਭ ਨੂੰ ਇਸ ਗੱਲ ਦੀ ਅਪੀਲ ਕੀਤੀ ਗਈ ਹੈ ਕਿ ਈਦ ਦੇ ਪਵਿੱਤਰ ਤੇ ਪਾਕ ਮੌਕੇ ਦੇ ਉੱਤੇ ਘਰਾਂ ਦੇ ਵਿੱਚ ਬੈਠ ਕੇ ਹੀ ਇਬਾਦਤ ਜਿਹੜੀ ਖੁਦਾ ਦੀ ਕੀਤੀ ਜਾਵੇ ਤਾਂ ਜੋ ਇਸ ਮਹਾਮਾਰੀ ਤੋਂ ਵੀ ਅਸੀਂ ਬਚ ਸਕੀਏ ਤੇ ਉਸ ਖੁਦਾ ਨੂੰ ਅਪੀਲ ਕੀਤੀ ਜਾਵੇ ਕਿ ਪੂਰੇ ਜਹਾਨ ਨੂੰ ਇਸ ਮਹਾਮਾਰੀ ਦੀ ਜਕੜ ਦੇ ਵਿੱਚੋਂ ਛੁਡਾਇਆ ਜਾ ਸਕੇ। ਤੇ ਨਾਲ ਹੀ ਦਿੱਲੀ ਪੁਲਿਸ ਦਾ ਕਹਿਣਾ ਸੀ ਕਿ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੇ, ਇਸ ਗੱਲ ਦਾ ਵੀ ਅਸੀਂ ਧਿਆਨ ਰੱਖ ਰਹੇ ਹਾਂ ਤਾਂ ਜੋ ਆਮ ਲੋਕਾਂ ਦੇ ਵਿੱਚ ਇਸ ਬਿਮਾਰੀ ਦਾ ਸਟ੍ਰੇਨ ਅੱਗੇ ਵੱਧ ਨਾ ਸਕੇ। ਲਗਾਤਾਰ ਚੈਕਿੰਗਾਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਹੋ ਰਹੀਆਂ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਇਹ ਤਸਵੀਰਾਂ ਦਿੱਲੀ ਦੇ ਵੱਖ-ਵੱਖ ਉਹਨਾਂ ਵਿਅਸਤ ਇਲਾਕਿਆਂ ਦੀਆਂ ਨੇ ਜਿੱਥੇ ਕਦੇ ਬਹੁਤ ਜ਼ਿਆਦਾ ਭੀੜ ਹੁੰਦੀ ਸੀ, ਪਰ ਹੁਣ ਇਹ ਸੜਕਾਂ ਸੁਨਸਾਨ ਪਈਆਂ ਨਜ਼ਰ ਆਉਂਦੀਆਂ ਨੇ। इलाका में हमारा तो पूरी तैयारी है। हमारा फोर्स तो ऑलरेडी
फील्ड में लगे हुए हैं, आप भी देखे होंगे। पूरा बिल्कुल टाइट चेकिंग चल रही है। हमारा शादरा ज़िले में तो कम से कम जो हर इलाका में, हर थाने में 11 थाना है, हर थाने में कम से कम 10 जगह पर पिकेट लगा रखा है, उसका चेकिंग चल रही है। उसके अलावा जो मोटरसाइकिल पेट्रोलिंग सायरन बजाते हुए वो भी एरिया में है। हमारा इमरजेंसी रिस्पांस व्हीकल उसका भी पेट्रोलिंग एरिया में दिख रही है। उसके अलावा जो फुट पेट्रोलिंग, जो एरिया डोमिनेशन पेट्रोलिंग, वो जो ज़्यादा भीड़भाड़ इलाका है, जगतपुरी, गेदा कॉलोनी, सीमापुरी, इसी एरिया में हमारा जो एरिया डोमिनेशन जो पेट्रोलिंग है वो भी चल रही है। इसके अलावा हमारा जो भी है सीनियर ऑफिसर्स, जो SHOs, इंस्पेक्टर्स है, ACPs है, एडिशनल DCPs है, सब अपना जो प्रेजेंस है एरिया में रख के पेट्रोलिंग कर रहे हैं। लोगों को हम उम्मीद दिलाना चाहते हैं, हम एरिया में उनकी सुरक्षा के लिए, ये इसी कोविड का समय में आप लोग बिल्कुल बाहर नहीं आइए। जो सरकार का जो गाइडलाइंस है उसको पालन कीजिए। हम आपका सुरक्षा के लिए एरिया में हम अपना पेट्रोलिंग कर रहे हैं। ਪੂਰੇ ਮੁਲਕ ਦੇ ਵਿੱਚ ਕੋਰੋਨਾ ਦੀ ਮਾਰ ਤੇ ਚੱਲਦਿਆਂ ਆਕਸੀਜਨ ਦੀ ਘਾਟ ਦਾ ਸਾਹਮਣਾ ਕਈ ਸੂਬੇ ਕਰ ਰਹੇ ਨੇ। ਪੰਜਾਬ ਦੇ ਵਿੱਚ ਆਕਸੀਜਨ ਦੀ ਘਾਟ ਨਾ ਆਵੇ, ਇਸ ਦੇ ਲਈ ਵੱਖ-ਵੱਖ ਵਪਾਰੀ ਸੰਗਠਨ ਅਤੇ ਵੱਖ-ਵੱਖ ਵਪਾਰੀਆਂ ਦੇ ਸਹਿਯੋਗ ਦੇ ਨਾਲ ਚੱਲਣ ਵਾਲੀ ਸੰਸਥਾ ਦੇ ਆਗੂਆਂ ਦੇ ਵੱਲੋਂ ਵੀ ਪ੍ਰਬੰਧ ਕੀਤੇ ਜਾ ਰਹੇ ਨੇ। ਲੁਧਿਆਣਾ ਦੇ ਇੱਕ ਵਪਾਰੀ ਦੇ ਵੱਲੋਂ ਲਾਸ ਐਂਜਲ ਤੋਂ ਆਕਸੀਜਨ ਦੇ ਲਈ ਵਰਤੇ ਜਾਣ ਵਾਲੇ ਵਿਸ਼ੇਸ਼ ਪ੍ਰਬੰਧ ਦੇ ਤੌਰ ਦੇ ਉੱਤੇ ਮੰਗਾਈਆਂ ਗਈਆਂ ਮਸ਼ੀਨਾਂ ਦਿਖਾਈਆਂ ਗਈਆਂ ਨੇ। ਇਹ ਮਸ਼ੀਨਾਂ ਸਪੈਸ਼ਲ ਜਿਹੜੀਆਂ ਲਾਸ ਐਂਜਲਸ ਤੋਂ ਮੰਗਵਾਈਆਂ ਗਈਆਂ ਨੇ ਤਾਂ ਜੋ ਕਿਸੇ ਵੀ ਕਿਸਮ ਦੀ ਆਕਸੀਜਨ ਦੀ ਘਾਟ ਨੂੰ ਮੌਕੇ ਤੇ ਪੂਰਾ ਕੀਤਾ ਜਾ ਸਕੇ। तो प्रोजेक्ट हील ऑफ कोर्स कोविड टाइम्स के अंदर सबसे ज़्यादा ज़रूरत पड़ी हमारे इसकी। राउंड टेबल इंडिया के जितने भी मेंबर्स हैं हर शहर में, हमने रियलाइज़ किया कि बहुत सारी हेल्प आती है गवर्नमेंट लेवल पे, बट आम आदमी को नहीं पहुंच पाती है, चाहे वो कोई भी रीज़न्स हों। तो चाहे वो मेडिसिन हों, चाहे वो बेड्स हों, चाहे वो ओल्ड एज लोगों को खाना हो लॉकडाउन के टाइम पे, तो प्रोजेक्ट हील के अंडर हमने बहुत सारे इनिशिएटिव्स लिए, जिसमें RTI किचन भी था, जिसमें हमने अराउंड 20 लाख मील्स ऑल अक्रॉस इंडिया दी पिछले जब वेव आई थी। फिर प्रोजेक्ट हील के अंदर हम हॉस्पिटल्स के साथ वर्क कर रहे हैं, जिसके अंदर बेड्स, ICUs, वेंटिलेटर्स, ऑक्सीजन कॉन्सनट्रेटर्स, वो सारा मेडिकल इक्विपमेंट जो हम तैयार कर रहे हैं, तो दैट इज़ प्रोजेक्ट हील। तो उधर से शुरू हुआ है सर। ये जो इंफ्रास्ट्रक्चर है ये टेक्निकली कल से चालू हुआ है। हमने अपने लेवल पे तो ऑफ कोर्स रेस किए हुए हैं, हमारे पास जो इंफ्रास्ट्रक्चर है, बट जो ये पर्टिकुलर प्रोजेक्ट के अंदर जो आ रहे हैं ये कल से लैंड होने शुरू हुए हैं। कल पहले 162 पीसेज आए हैं, विद इन नेक्स्ट 1-2 days अनदर 162 एंड 500 पीसेज आर कमिंग, फिर 1000 आएंगे। बेसिकली एयर कार्गो थोड़ा सा डिलेड चल रहा है हर जगह से, सो वी आर ट्राइंग टू गेट इट एज सुन एज पॉसिबल। प्रोडक्ट जो हैं वो सारे प्रोक्योर हो चुके हैं। ਬੀਤੇ ਦਿਨੀ ਲੁਧਿਆਣਾ ਸ਼ਹਿਰ ਦੇ ਵਿੱਚੋਂ ਇੱਕ ਬੱਚੇ ਦੀ ਵੀਡੀਓ ਵਾਇਰਲ ਹੋਈ ਸੀ, ਜੋ ਬੱਚਾ ਜੁਰਾਬਾਂ ਵੇਚ ਕੇ ਆਪਣੇ ਘਰ ਦਾ ਖਰਚਾ ਚਲਾਉਣ ਦੇ ਵਿੱਚ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਕਰ ਰਿਹਾ ਸੀ। ਉਸ ਦੀ ਮਦਦ ਪੰਜਾਬ ਸਰਕਾਰ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਉੱਤੇ ਕੀਤੀ ਗਈ ਅਤੇ 2 ਲੱਖ ਰੁਪਏ ਦੀ ਮਾਲੀ ਮਦਦ ਦੇ ਨਾਲ ਬੱਚੇ ਦੀ ਅਤੇ ਉਸਦੇ ਭਰਾ ਦੀ ਦਾਖਲੇ ਦੀ ਰਾਸ਼ੀ ਵੀ ਦਿੱਤੀ ਗਈ ਤਾਂ ਜੋ ਉਹ ਵਧੀਆ ਸਕੂਲ ਦੇ ਵਿੱਚ ਆਪਣੀ ਪੜ੍ਹਾਈ ਜਾਰੀ ਕਰ ਸਕੇ। ਤੇ ਕਿ ਇਸੇ ਤਰ੍ਹਾਂ ਦੀਆਂ ਤਸਵੀਰਾਂ ਹੋਰ ਸਾਹਮਣੇ ਆਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਛੋਟਾ ਜਿਹਾ ਬੱਚਾ ਜੋ ਕਿ ਹੁਣ ਪਿਤਾ ਦੀ ਨੌਕਰੀ ਜਾਣ ਤੇ ਚੱਲਦੀਆਂ ਗਲੀਆਂ ਦੇ ਵਿੱਚ ਸਬਜ਼ੀਆਂ ਵੇਚ ਰਿਹਾ ਹੈ ਤੇ ਸਬਜ਼ੀ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਬੱਚੇ ਨੂੰ ਵੇਖ ਹਰ ਕੋਈ ਸੋਚ ਰਿਹਾ ਹੈ ਕਿ ਨਿੱਕੀ ਉਮਰ ਦੇ ਵਿੱਚ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਜਦੋਂ ਸਿਰਾਂ ਦੇ ਉੱਤੇ ਪੈ ਜਾਂਦੀਆਂ ਨੇ ਤਾਂ ਕਿਸ ਤਰ੍ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਸਹਾਇਤਾ ਕਰਨ ਦੇ ਲਈ ਬੱਚੇ ਅੱਗੇ ਆ ਜਾਂਦੇ ਨੇ। ਇੱਕ ਵਾਰ ਫਿਰ ਤੋਂ ਸਭ ਦੇ ਵੱਲੋਂ ਅਪੀਲ ਹੋਈ ਹੈ ਕਿ ਇਸ ਬੱਚੇ ਦੀ ਵੀ ਮਦਦ ਕੀਤੀ ਜਾਣੀ ਚਾਹੀਦੀ ਹੈ। मैं गली नंबर 6 च रहिंदा। मेरा नाम है लक्की, मेरी उम्र हैगी 18 साल दी। ਕਿਹੜੇ ਸਕੂਲ ਪੜ੍ਹਦੇ एसन जान ਸਬਜ਼ੀਆਂ ਵੇਚ ਰਹੇ ਹੋ, ਕਿਉਂ ਵੇਚ ਰਹੇ ਹੋ? घर दी मजबूरी करके बेच रहा। मेरे पापा दी पिछले लॉकडाउन दे विच नौकरी चल गई सी, इस करके मैं सब्जियां बेचदा हाँ। ਘਰ ਦੇ ਵਿੱਚ ਕੌਣ ਕੌਣ ਹੈਗਾ? एक मैं वा, मेरे पापा वा, एक मेरी दादी है, 2 भैणां वा। ਕੀ ਮਜਬੂਰੀ ਘਰ 'ਚ ਕੀ ਮਜਬੂਰੀ ਹੈਗੀ? 2 भैणां दा विआह करन वास्ते मैनूं ये काम करदा हाँ मैं। ਪੜ੍ਹਾਈ ਦਾ ਖਰਚਾ ਹੀ ਹੈ? हाँ जी, सब कुछ मैं ही करदा इनदा खर्चा। ਘਰ ਦੇ ਵਿੱਚ ਕੀ ਕੀ ਖਰਚੇ ਜਿਹੜੇ ਤੁਹਾਨੂੰ ਪੈ ਰਹੇ ਆ? घर दे दवाइयां दुइयां दादी वास्ते कैंसल होया, दादी नूं उन्हां वास्ते खर्चा इह 'च पूरा नहीं हुंदा तां करके। ਸਵੇਰੇ ਕਿੰਨੇ ਵਜੇ ਚੱਲ ਜਾਂਦੇ ਆ ਸਬਜ਼ੀ ਸੁਬਜ਼ੀ? 7 ਵਜੇ ਸਬਜ਼ੀ ਲੈ ਕੇ ਆਂਦਾ ਵਾ, 9-8 ਵਜੇ ਨਿਕਲ ਜਾਂਦਾ ਵੇਚਣ ਸਾਰੀ ਗਲੀਆਂ ਵਿੱਚ। ਤੇ ਸ਼ਾਮ ਨੂੰ ਵੇਚਦਾ ਹੈਗਾ 4 ਵਜੇ ਤੋਂ ਲੈ ਕੇ 9 ਵਜੇ ਤੱਕ। ਕਿੰਨੀ ਦਿਹਾੜੀ ਪੈ ਜਾਂਦੀ? ਇਹ 'ਚ ਦਿਹਾੜੀ ਤਾਂ 100-200 ਹੀ ਬਣਾ ਲੈਂਦਾ ਬਸ।
ਤੇ ਰੇੜੀ ਰੂੜੀ ਕਿੱਦਾਂ ਦਿੱਤੀ? रेडी पहला किराए ते लीती सी, हुण वही पैसा ना फिर नगद ले ली। ਮੈਂ ਕਹਿੰਦੀ ਆ ਬੱਚੇ ਖੇਡਣ ਦੀ ਉਮਰ, ਇਹਨੂੰ ਪੈਸੇ ਦੋ ਚਾਰ ਕੁਛ ਦੇਣ ਸਰਕਾਰ ਦੇਵੇ। ਅਮਰਿੰਦਰ ਸਿੰਘ ਸਾਹਿਬ ਨੂੰ ਦੇ ਰਿਹਾ। ਇਹ ਬੱਚੇ ਦੇ ਹਾਲਾਤ ਸਾਨੂੰ ਪਤਾ ਬਹੁਤ ਖਰਾਬ ਨੇ। ਕਿੱਦਾਂ ਵੇਚਦਾ ਸਬਜ਼ੀ, ਕਿਸ ਤਰ੍ਹਾਂ ਨਹੀਂ, ਕੋਈ ਹਮਦਰਦੀ ਤੋਂ ਲੈ ਲੈਂਦਾ, ਤਾਂ ਹਮਦਰਦੀ ਕਰਕੇ ਸਬਜ਼ੀ ਸਾਡੀ ਗਲੀ ਲੈਂਦੀ ਆ। ਹਾਂ, ਕਿੰਨੀ ਦੇਰ ਤੋਂ ਆਂਟੀ ਬੱਚਾ ਸਬਜ਼ੀਆਂ ਵੇਚਦਾ ਹੈ? ਇਹਨੂੰ ਹੋ ਗਏ 6 ਮਹੀਨੇ ਹੋ ਗਏ ਨੇ। ਘਰ ਦੇ ਹਾਲਾਤ ਇਹਦੇ ਕਿੱਦਾਂ? ਘਰ ਦੇ ਹਾਲਾਤ ਬਹੁਤ ਮਾੜੇ ਨੇ। ਦੋ ਜਵਾਨ ਭੈਣਾਂ ਦੀਆਂ ਬੈਠੀਆਂ ਹੋਈਆਂ ਨੇ, ਦਾਦੀ ਸਿਰ ਤੇ, ਪਿਓ ਨੂੰ ਕੰਮ ਤਾਂ ਜਵਾਬ ਹੋ ਗਿਆ, ਕਿਉਂਕਿ ਲੋਕਾਂ ਦੇ ਕੰਮ ਖੁੱਲ੍ਹਦੇ ਨਹੀਂ, ਕਿੱਥੋਂ ਨੌਕਰੀ ਅਗਲੇ ਕੱਢ ਦਿੱਤਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।